ਡੀਅਰ ਸਟੂਡੈਂਟਸ ਵੈਲਕਮ। ਅੱਜ ਦਾ ਆਪਣਾ ਟੌਪਿਕ ਹੈ ਪਾਠ ਪੁਸਤਕ ਦਾ ਅਰਥ ਅਤੇ ਮਹੱਤਵ। ਮੇਨਲੀ ਇਹ ਟੌਪਿਕ ਮੈਂ ਟੀਚਿੰਗ ਆਫ ਪੰਜਾਬੀ ਵਾਲੇ ਬੱਚਿਆਂ ਦੇ ਲਈ ਬਣਾ ਰਹੀ ਹਾਂ, ਬਟ ਇਹ ਜਿੰਨੇ ਵੀ ਟੀਚਿੰਗ ਸਬਜੈਕਟ ਨੇ ਸਾਰਿਆਂ ਦੇ ਲਈ ਹੀ ਜਿਹੜਾ ਟੌਪਿਕ ਉਹ ਬੈਨੀਫੀਸ਼ੀਅਲ ਹੈ। ਸਭ ਤੋਂ ਪਹਿਲਾਂ ਅਸੀਂ ਇਹਦੇ ਮੀਨਿੰਗ ਦੇ ਵਿੱਚ ਅਸੀਂ ਨਾਲ ਦੀਆਂ ਡੈਫੀਨੇਸ਼ਨਸ ਕਰਾਂਗੇ। ਬੇਕਨ ਦੇ ਅਨੁਸਾਰ ਪਾਠ ਪੁਸਤਕ ਜਮਾਤ ਵਿੱਚ ਵਰਤੇ ਜਾਣ ਲਈ ਤਿਆਰ ਕੀਤੀ ਗਈ ਪੁਸਤਕ ਹੈ ਜਿਸ ਨੂੰ ਇਸ ਖੇਤਰ ਦੇ ਮਾਹਿਰਾਂ ਰਾਹੀਂ ਧਿਆਨਪੂਰਵਕ ਅਤੇ ਸਧਾਰਨ ਅਧਿਆਪਨ ਯੁਕਤੀਆਂ ਨਾਲ ਤਿਆਰ ਕੀਤਾ ਗਿਆ ਹੈ। ਪਾਠ ਪੁਸਤਕ ਹੀ ਹੈ ਜਿਹੜੀ ਕਿ ਜਮਾਤ ਦੇ ਕਮਰੇ ਦੇ ਵਿੱਚ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਵਰਤੀ ਜਾਂਦੀ ਹੈ। ਹੁਣ ਇਹਨੂੰ ਕੌਣ ਤਿਆਰ ਕਰਦਾ ਹੈ? ਜਿਹੜੇ ਕਿ ਉਸ ਫੀਲਡ ਦੇ ਐਕਸਪਰਟਸ ਹੁੰਦੇ ਨੇ। ਜਿਵੇਂ ਕਿ ਪੰਜਾਬੀ ਵਾਲੀ ਬੁੱਕ ਦੀ ਗੱਲ ਕਰਾਂਗੇ ਤਾਂ ਪੰਜਾਬੀ ਦੇ ਐਕਸਪਰਟਸ ਹੋਣਗੇ। SST, ਸਾਇੰਸ, ਮੈਥਸ ਸਾਰੇ ਸਬਜੈਕਟ ਦੇ ਜਿਹੜੇ ਐਕਸਪਰਟਸ ਨੇ ਉਹ ਤਿਆਰ ਕਰਦੇ ਨੇ ਧਿਆਨਪੂਰਵਕ। ਅਤੇ ਜਿਹੜੀਆਂ ਸਧਾਰਨ ਅਧਿਆਪਨ ਯੁਕਤੀਆਂ ਹੁੰਦੀਆਂ ਨੇ, ਮੀਨਜ਼ ਟੀਚਿੰਗ ਟੈਕਨੀਕਸ ਹੁੰਦੀਆਂ ਨੇ, ਉਹਨਾਂ ਦੇ ਨਾਲ ਤਿਆਰ ਇਹਨੂੰ ਕੀਤਾ ਜਾਂਦਾ ਹੈ। ਨੈਕਸਟ ਡੈਫੀਨੇਸ਼ਨ ਹੈ ਵੈਬਸਟਰ ਦੇ ਸ਼ਬਦਕੋਸ਼ ਦੇ ਅਨੁਸਾਰ ਪਾਠ ਪੁਸਤਕ ਅਨੁਦੇਸ਼ਨ ਹੁੰਦੇ ਨੇ ਇੰਸਟਰਕਸ਼ਨਸ ਦੀ ਇੱਕ ਨਿਯਮ ਪੁਸਤਕਾ ਹੈ। ਇਹ ਇੱਕ ਕਿਤਾਬ ਹੈ ਜਿਸ ਵਿੱਚ ਅਨੁਦੇਸ਼ਨ ਦੇ ਆਧਾਰ 'ਤੇ, ਮੀਨਜ਼ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਨੇ ਉਹਦੇ ਆਧਾਰ ਦੇ ਰੂਪ ਵਿੱਚ ਪ੍ਰਯੋਗ ਕੀਤੇ ਗਏ ਵਿਸ਼ੇ ਦੇ ਸਿਧਾਂਤ ਦੀ ਪ੍ਰਸਤੁਤੀ ਹੈ। ਮੀਨਜ਼ ਜੋ ਇੰਸਟਰਕਸ਼ਨ ਹੁੰਦੇ ਨੇ ਉਹਦੇ ਆਧਾਰ 'ਤੇ ਜਿਹੜੇ ਰੂਪ ਦੇ ਵਿੱਚ ਪ੍ਰਯੋਗ ਕੀਤਾ ਗਿਆ ਵਿਸ਼ੇ ਦੇ ਸਿਧਾਂਤ ਹੁੰਦੇ ਨੇ, ਮੀਨਜ਼ ਵਿਸ਼ੇ ਨਾਲ ਸੰਬੰਧਿਤ ਜਿਹੜੇ ਸਿਧਾਂਤਾਂ ਨੂੰ ਪ੍ਰਯੋਗ ਦੇ ਵਿੱਚ ਲਿਆਂਦਾ ਗਿਆ ਹੁੰਦਾ ਉਹਨਾਂ ਨੂੰ ਇਹਦੇ ਵਿੱਚ ਪ੍ਰਸਤੁਤ ਕੀਤਾ ਜਾਂਦਾ ਹੈ, ਪੇਸ਼ ਕੀਤਾ ਜਾਂਦਾ ਹੈ। ਅਗਲੀ ਡੈਫੀਨੇਸ਼ਨ ਹੈ R. ਡਗਲਸ ਦੇ ਅਨੁਸਾਰ ਅਧਿਆਪਕਾਂ ਦੇ ਅਨੁਭਵਾਂ ਅਤੇ ਵਿਸ਼ਲੇਸ਼ਣ ਦੇ ਅਨੁਸਾਰ ਪਾਠ ਪੁਸਤਕਾਂ ਪੜ੍ਹਨ ਅਤੇ ਪੜ੍ਹਾਉਣ ਦਾ ਮਹੱਤਵਪੂਰਨ ਆਧਾਰ ਹੈ। ਹੁਣ ਕੀ ਪਾਠ ਪੁਸਤਕ ਕੀ ਹੈ? ਪੜ੍ਹਨ ਅਤੇ ਪੜ੍ਹਾਉਣ ਦਾ ਇੱਕ ਜਿਹੜਾ ਮਹੱਤਵਪੂਰਨ ਆਧਾਰ ਹੈ, ਮੀਨਜ਼ ਇੱਕ ਬੇਸ ਹੈ। ਨੈਕਸਟ ਹੈ ਹੈਰੋਲਿਕਰ ਦੇ ਅਨੁਸਾਰ ਪਾਠ ਪੁਸਤਕ ਗਿਆਨ, ਅਨੁਭਵਾਂ, ਵਿਚਾਰਾਂ ਅਤੇ ਪ੍ਰਵਿਰਤੀਆਂ ਅਤੇ ਮੁੱਲਾਂ ਨੂੰ ਸੰਗ੍ਰਹਿ ਕਰਨ ਦਾ ਇੱਕ ਸਾਧਨ ਹੈ। ਮੀਨਜ਼ ਪਾਠ ਪੁਸਤਕ ਦੇ ਵਿੱਚ ਕੀ ਕੁਝ ਸ਼ਾਮਿਲ ਹੁੰਦਾ ਹੈ? ਗਿਆਨ, ਪ੍ਰਵਿਰਤੀਆਂ, ਅਨੁਭਵ, ਅਲੱਗ-ਅਲੱਗ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਐਕਸਪੀਰੀਅੰਸਿਸ ਹੁੰਦੇ ਨੇ, ਪ੍ਰਵਿਰਤੀਆਂ ਹੁੰਦੀਆਂ ਨੇ, ਮੀਨਜ਼ ਟੈਂਡੈਂਸੀਜ਼ ਅਤੇ ਵੈਲਿਊਜ਼, ਉਹਨਾਂ ਨੂੰ ਸੰਗ੍ਰਹਿ ਕਰਨ ਦਾ ਸੰਗ੍ਰਹਿ ਮੀਨਸ ਇਕੱਠਾ ਕਰਨ ਦਾ ਇੱਕ ਸਾਧਨ ਹੈ। ਹੁਣ ਅਸੀਂ ਗੱਲ ਕਰਾਂਗੇ ਕਿ ਇੱਕ ਪਾਠ ਪੁਸਤਕ ਮੀਨਸ ਜੋ ਪੰਜਾਬੀ ਦੀ ਪਾਠ ਪੁਸਤਕ ਹੈ ਉਹਦੇ ਕੀ ਲੋੜ ਅਤੇ ਮਹੱਤਵ ਹੈ। ਸਭ ਤੋਂ ਪਹਿਲਾਂ ਹੈ ਸਮੁੱਚੀ ਵਿਸ਼ਾ ਸਮੱਗਰੀ ਨੂੰ ਵਿਵਸਥਿਤ ਢੰਗ ਨਾਲ ਇੱਕੋ ਥਾਂ ਪੇਸ਼ ਕਰਨ ਵਿੱਚ ਸਹਾਈ। ਮੀਨਜ਼ ਇੱਕ ਜਿਹੜੀ ਪਾਠ ਪੁਸਤਕ ਹੁੰਦੀ ਹੈ ਉਹਦੇ ਵਿੱਚ ਸਾਰੀ ਜਿਹੜੀ ਵਿਸ਼ਾ ਸਮੱਗਰੀ ਹੁੰਦੀ ਹੈ, ਮੀਨਜ਼ ਜਿੰਨੇ ਵੀ ਚੈਪਟਰ ਹੁੰਦੇ ਨੇ ਉਹਨਾਂ ਨੂੰ ਵਿਵਸਥਿਤ ਢੰਗ ਦੇ ਨਾਲ, ਮੀਨਜ਼ ਔਰਗਨਾਈਜ਼ਡ ਵੇ ਦੇ ਨਾਲ ਇੱਕੋ ਥਾਂ ਦੇ ਵਿੱਚ ਪੇਸ਼ ਕਰਨ ਦੇ ਵਿੱਚ ਜਿਹੜੀ ਸਹਾਇਤਾ ਉਹ ਮਿਲਦੀ ਹੈ। ਨੈਕਸਟ ਹੈ ਵਿਸ਼ੇ ਵਸਤੂ ਨੂੰ ਤਰਕਪੂਰਨ ਢੰਗ ਨਾਲ ਤਰਤੀਬ ਦੇਣ ਦੇ ਲਈ। ਹੁਣ ਜੋ ਵੀ ਵਿਸ਼ਾ ਵਸਤੂ ਹੁੰਦਾ ਹੈ, ਹੁਣ ਜੇਕਰ ਪਾਠ ਪੁਸਤਕ ਬਣੀ ਹੁੰਦੀ ਹੈ ਤਾਂ ਉਹਦੇ ਵਿੱਚ ਅਸੀਂ ਲੌਜੀਕਲੀ ਉਹਨੂੰ ਇੱਕ ਜਿਹੜੀ ਸਹੀ ਤਰਤੀਬ ਹੈ, ਸਹੀ ਸੀਕੁਐਂਸ ਹੈ ਉਹ ਦੇ ਦਿੰਦੇ ਹਾਂ, ਤਾਂ ਵੀ ਸਾਡੇ ਲਈ ਜਿਹੜੀ ਪਾਠ ਪੁਸਤਕ ਆ ਉਹ ਹੈਲਪਫੁਲ ਹੈ, ਕਿਉਂਕਿ ਇਹਦੇ 'ਚ ਸਾਨੂੰ ਜਿਹੜਾ ਸਾਰਾ ਕੰਮ ਹੈ ਉਹ ਤਰਤੀਬਵਾਰ ਮਿਲਦਾ ਹੈ। ਜਮਾਤ ਦੇ ਅਧਿਆਪਨ ਵਿੱਚ ਸਹਾਇਤਾ। ਹੁਣ ਜਦੋਂ ਟੀਚਰ ਕਲਾਸ ਦੇ ਵਿੱਚ ਪੜ੍ਹਾ ਰਿਹਾ ਤਾਂ ਅਧਿਆਪਕ ਅਤੇ ਵਿਦਿਆਰਥੀ ਦੋਵਾਂ ਨੂੰ ਹੀ ਜਿਹੜੀ ਸਹਾਇਤਾ ਉਹ ਮਿਲਦੀ ਹੈ। ਵਿਦਵਾਨਾਂ ਅਤੇ ਸਿੱਖਿਆ ਮਾਹਿਰਾਂ ਦੇ ਵਿਚਾਰਾਂ ਨੂੰ ਜਾਣਨ ਦੇ ਲਈ। ਅਗਲੀ ਜਿਹੜੀ ਇੰਪੋਰਟੈਂਸ ਇਹ ਹੈ ਕਿ ਇਹਦੇ ਨਾਲ ਅਸੀਂ ਜਿਹੜੇ ਅਲੱਗ-ਅਲੱਗ ਵਿਦਵਾਨ ਨੇ ਅਤੇ ਸਿੱਖਿਆ ਨਾਲ ਸੰਬੰਧਿਤ ਮਾਹਿਰ ਨੇ ਉਹਨਾਂ ਦੇ ਵਿਚਾਰਾਂ ਨੂੰ ਵੀ ਜਾਣ ਸਕਦੇ ਹਾਂ ਕਿ ਉਹ ਪਾਠ ਪੁਸਤਕ ਨੂੰ ਕਿਸ ਤਰ੍ਹਾਂ ਦਾ ਬਣਾਉਣਾ ਚਾਹੁੰਦੇ ਨੇ ਜਾਂ ਬੱਚਿਆਂ ਨੂੰ ਕੀ ਸਿਖਾਉਣਾ ਚਾਹੁੰਦੇ ਨੇ। ਨੈਕਸਟ ਹੈ ਅਧਿਆਪਕ ਦੀਆਂ ਕਮੀਆਂ ਨੂੰ ਦੂਰ ਕਰਨ ਵਿੱਚ ਸਹਾਈ। ਹੁਣ ਅਧਿਆਪਕ ਜੋ ਟੀਚ ਕਰਦੇ ਆ ਉਹਨਾਂ ਦੇ ਵਿੱਚ ਵੀ ਕਮੀਆਂ ਹੋ ਸਕਦੀਆਂ ਨੇ, ਬਟ ਜਿਹੜੀ ਪਾਠ ਪੁਸਤਕ ਹੈ ਉਹਨਾਂ ਅਧਿਆਪਕਾਂ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਵਿੱਚ ਜਿਹੜੀ ਸਹਾਇਤਾ ਉਹ ਕਰਦੀ ਹੈ। ਨੈਕਸਟ ਹੈ ਵਿਦਿਆਰਥੀਆਂ ਦੀ ਆਲੋਚਨਾਤਮਕ ਸ਼ਕਤੀ ਨੂੰ ਵਿਕਸਿਤ ਕਰਨ ਲਈ ਸਹਾਇਕ। ਜਿਹੜੀ ਕਿਤਾਬਾਂ ਨੇ ਉਹ ਬੱਚਿਆਂ ਦੀ ਆਲੋਚਨਾਤਮਕ ਸ਼ਕਤੀ ਨੂੰ ਵੀ ਡਿਵੈਲਪ ਕਰਦੀਆਂ ਨੇ, ਵਿਕਸਿਤ ਕਰਦੀਆਂ ਨੇ, ਕਿਉਂਕਿ ਜਦੋਂ ਬੱਚੇ ਅਲੱਗ-ਅਲੱਗ ਤਰ੍ਹਾਂ ਦਾ ਮਟੀਰੀਅਲ ਪੜ੍ਹਦੇ ਨੇ ਤਾਂ ਉਹਦੇ ਬੱਚੇ ਉਹਨੂੰ ਕ੍ਰਿਟੀਸਾਈਜ਼ ਕਰ ਸਕਣ ਦੇ ਯੋਗ ਵੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ 6ਵੀਂ ਕਲਾਸ ਦੇ ਵਿੱਚ ਅਸੀਂ ਕੀ ਪੜ੍ਹਿਆ, 7ਵੀਂ ਦੇ ਵਿੱਚ ਅਸੀਂ ਕੀ ਪੜ੍ਹ ਰਹੇ ਹਾਂ। ਬੱਚੇ ਉਹਦੇ ਅਕੋਰਡਿੰਗ ਕ੍ਰਿਟੀਸਾਈਜ਼ ਕਰ ਸਕਦੇ ਨੇ ਜੇਕਰ ਉਹਨਾਂ ਨੂੰ ਕੋਈ ਵੀ ਚੀਜ਼ ਇਸ ਤਰ੍ਹਾਂ ਦੀ ਲੱਗਦੀ ਹੈ। ਨੈਕਸਟ ਹੈ ਬੱਚਿਆਂ ਦੀ ਤਰਕਪੂਰਨ ਸੋਚ ਨੂੰ ਵਿਕਸਿਤ ਕਰਦੀ ਹੈ। ਹੁਣ ਇਹ ਬੱਚਿਆਂ ਦੀ ਜਿਹੜੀ ਸੋਚ ਹੈ, ਥਿੰਕਿੰਗ ਹੈ, ਉਹਨੂੰ ਵੀ ਲੌਜੀਕਲ ਬਣਾਉਂਦੀ ਹੈ ਕਿਤਾਬ, ਕਿਉਂਕਿ ਬੱਚੇ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਮਟੀਰੀਅਲ ਹੈ ਉਹ ਇਹਦੇ ਵਿੱਚ ਪੜ੍ਹਦੇ ਨੇ ਅਤੇ ਸਿੱਖਦੇ ਨੇ। ਨੈਕਸਟ ਹੈ ਅਧਿਆਪਨ ਵਿੱਚ ਇਕਰੂਪਤਾ ਪੈਦਾ ਕਰਨ ਦੇ ਲਈ। ਇਕਰੂਪਤਾ ਮੀਨਜ਼ ਸਿਮੀਲੈਰਿਟੀ। ਹੁਣ ਜਦੋਂ ਅਧਿਆਪਨ ਹੋ ਰਿਹਾ, ਟੀਚਿੰਗ ਕਰਾ ਰਿਹਾ ਹੈ ਟੀਚਰ ਕਲਾਸ ਦੇ ਵਿੱਚ, ਤਾਂ ਉੱਥੇ ਇਕਰੂਪਤਾ ਪੈਦਾ ਹੁੰਦੀ ਹੈ। ਕਦੋਂ ਪੈਦਾ ਹੁੰਦੀ ਹੈ? ਜਦੋਂ ਸਾਰੇ ਬੱਚਿਆਂ ਕੋਲ ਜਿਹੜੀ ਪਾਠ ਪੁਸਤਕ ਹੈ ਉਹ ਅਵੇਲੇਬਲ ਹੋਏਗੀ।
ਸਮੁੱਚੇ ਗਿਆਨ ਨੂੰ ਇਕਾਈਆਂ ਵਿੱਚ ਵੰਡ ਕੇ ਪੇਸ਼ ਕਰਨਾ। ਹੁਣ ਅਗਲਾ ਮਹੱਤਵ ਇਸ ਪੱਖ ਤੋਂ ਹੈ ਕਿਉਂਕਿ ਗਿਆਨ ਪੂਰਾ ਦਿੱਤਾ ਹੁੰਦਾ ਬੁੱਕ ਦੇ ਵਿੱਚ, ਪਰ ਉਹਨੂੰ ਯੂਨਿਟਸ ਦੇ ਵਿੱਚ, ਇਕਾਈਆਂ ਦੇ ਵਿੱਚ ਵੰਡ ਕੇ ਪੇਸ਼ ਕੀਤਾ ਜਾਂਦਾ ਹੈ। ਇਹ ਨਾਲ ਬੱਚਿਆਂ ਨੂੰ ਵੀ ਕਰਨਾ ਸੌਖਾ ਹੋ ਜਾਂਦਾ ਹੈ ਅਤੇ ਅਧਿਆਪਕ ਨੂੰ ਵੀ ਜਿਹੜਾ ਕੰਮ ਕਰਵਾਉਣਾ ਉਹ ਸੌਖਾ ਹੋ ਜਾਂਦਾ ਹੈ। ਵਿਦਿਆਰਥੀਆਂ ਦੀ ਗ੍ਰਹਿਣ ਕਰਨ ਦੀ ਯੋਗਤਾ ਨੂੰ ਵਿਕਸਿਤ ਕਰਨਾ। ਹੁਣ ਅਗਲਾ ਮਹੱਤਵ ਇਹ ਹੈ ਪਾਠ ਪੁਸਤਕ ਦਾ ਕਿ ਇਹਨਾਂ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਜਿਹੜੀ ਗ੍ਰਹਿਣ ਕਰਨ ਦੀ ਯੋਗਤਾ, ਸਿੱਖਣ ਦੀ ਯੋਗਤਾ ਹੈ, ਯਾਦ ਰੱਖਣ ਦੀ ਯੋਗਤਾ, ਉਹ ਵੀ ਉਹਨਾਂ ਦੇ ਵਿੱਚ ਡਿਵੈਲਪ ਹੁੰਦੀ ਹੈ। ਨੈਕਸਟ ਹੈ ਪੜ੍ਹੇ ਹੋਏ ਪਾਠ ਦੀ ਦੁਹਰਾਈ ਕਰਨ ਵਿੱਚ ਸਹਾਇਤਾ। ਮੀਨਸ ਜੋ ਪਾਠ ਬੱਚਿਆਂ ਨੂੰ ਕਲਾਸ ਦੇ ਵਿੱਚ ਟੀਚਰ ਪੜ੍ਹਾ ਚੁੱਕਿਆ ਤਾਂ ਕਲਾਸਰੂਮ ਦੇ ਵਿੱਚ ਬੈਠ ਕੇ ਵੀ ਬੱਚੇ ਰਿਵੀਜ਼ਨ ਕਰ ਸਕਦੇ ਨੇ, ਦੁਹਰਾਈ ਕਰ ਸਕਦੇ ਨੇ ਅਤੇ ਘਰ ਜਾ ਕੇ ਵੀ ਆਪਣਾ ਜਿਹੜਾ ਪਾਠ ਹੈ ਉਹ ਦੁਹਰਾ ਸਕਦੇ ਨੇ। ਵਿਦਿਆਰਥੀਆਂ ਦੀ ਭਾਸ਼ਾਈ ਸਮਰੱਥਾ ਵਿਕਸਿਤ ਕਰਨ ਲਈ, ਹੁਣ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵਿੱਚ ਜਿਹੜੀ ਲੈਂਗੁਏਜ ਨਾਲ ਸੰਬੰਧਿਤ ਕੈਪੈਸਿਟੀ ਹੈ ਉਹ ਵੀ ਇਹਦੇ ਨਾਲ ਡਿਵੈਲਪ ਹੁੰਦੀ ਹੈ ਕਿਉਂਕਿ ਬੱਚੇ ਜਿੰਨਾ ਪਾਠ ਪੁਸਤਕ ਨੂੰ ਪੜ੍ਹਨਗੇ ਉਨੀ ਉਹਨਾਂ ਦੀ ਜਿਹੜੀ ਭਾਸ਼ਾਈ ਸਮਰੱਥਾ ਉਹ ਜ਼ਿਆਦਾ ਹੁੰਦੀ ਜਾਏਗੀ। ਬੱਚਿਆਂ ਦੇ ਸ਼ਬਦ ਭੰਡਾਰ ਨੂੰ ਅਮੀਰ ਕਰਨ ਦੇ ਲਈ ਅਗਲਾ ਮਹੱਤਵ ਇਹ ਹੈ ਕਿਉਂਕਿ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਸ਼ਬਦਾਂ ਦੇ ਭੰਡਾਰ ਹੁੰਦੇ ਨੇ। ਮੀਨਜ਼ ਨਵੇਂ ਜਿਹੜੇ ਸ਼ਬਦ ਨੇ ਉਹ ਬੱਚਿਆਂ ਨੂੰ ਸਿੱਖਣ ਨੂੰ ਮਿਲਦੇ ਨੇ। ਇਸ ਕਰਕੇ ਕਿਤਾਬਾਂ ਸ਼ਬਦ ਦਾ ਭੰਡਾਰ ਹੁੰਦੀਆਂ ਨੇ ਅਤੇ ਜਿਉਂ-ਜਿਉਂ ਬੱਚੇ ਕਿਤਾਬਾਂ ਪੜ੍ਹਨਗੇ ਤਾਂ ਉਹਨਾਂ ਦਾ ਜਿਹੜਾ ਸ਼ਬਦ ਭੰਡਾਰ ਹੈ ਉਹ ਅਮੀਰ ਹੁੰਦਾ ਜਾਏਗਾ। ਇਹ ਵੀ ਬੈਨੀਫਿਟ ਹੈ ਬੱਚਿਆਂ ਨੂੰ। ਸਵੈ ਅਧਿਐਨ ਦੀ ਰੁਚੀ ਵਿਕਸਿਤ ਕਰਨ ਲਈ, ਹੁਣ ਅਗਲਾ ਮਹੱਤਵ ਇਸ ਪੱਖ ਤੋਂ ਕਿਉਂਕਿ ਇਹਨਾਂ ਜਿਹੜੇ ਬੱਚੇ ਨੇ ਆਪਣੇ ਆਪ ਪੜ੍ਹਨਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੀ ਜੋ ਸੈਲਫ ਸਟੱਡੀ ਦੀ ਆਦਤ ਹੈ, ਰੁਚੀ ਹੈ, ਉਹ ਉਹਨਾਂ ਦੇ ਵਿੱਚ ਵਿਕਸਿਤ ਹੋ ਜਾਂਦੀ ਹੈ। ਮੀਨਜ਼ ਬੱਚੇ ਖੁਦ ਪ੍ਰਾਇਓਰਟੀ ਦੇਣ ਲੱਗ ਜਾਂਦੇ ਨੇ ਕਿ ਅਸੀਂ ਨੇ ਆਪਣੇ ਆਪ ਹੀ ਪੜ੍ਹਨਾ ਹੈ। ਨੈਕਸਟ ਹੈ ਪਾਠਕ੍ਰਮ ਨੂੰ ਪ੍ਰਭਾਵਸ਼ਾਲੀ ਅਤੇ ਰੌਚਕ ਬਣਾਉਣ ਵਿੱਚ ਸਹਾਈ। ਹੁਣ ਜਿਹੜਾ ਪਾਠਕ੍ਰਮ ਦਿੱਤਾ ਹੋਇਆ ਹੁਣ ਪੁਸਤਕ ਉਹਨੂੰ ਇੰਟਰਸਟਿੰਗ ਵੀ ਬਣਾਉਂਦੀ ਹੈ, ਮੀਨਜ਼ ਰੌਚਕ ਬਣਾਉਂਦੀ ਹੈ ਅਤੇ ਨਾਲ ਨਾਲ ਉਹਨੂੰ ਇਫੈਕਟਿਵ ਵੀ ਬਣਾਉਂਦੀ ਹੈ। ਪਾਠਕ੍ਰਮ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਵਿੱਚ ਹੈਲਪ ਕਰਦੀ ਹੈ। ਅਧਿਆਪਨ ਦਾ ਇੱਕ ਸ਼ਕਤੀਸ਼ਾਲੀ ਸਾਧਨ, ਹੁਣ ਜਿਹੜੀਆਂ ਕਿਤਾਬਾਂ ਨੇ ਉਹ ਪੜ੍ਹਾਉਣ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਸਾਧਨ ਦੇ ਰੂਪ ਦੇ ਵਿੱਚ ਸਾਹਮਣੇ ਆਉਂਦੀਆਂ ਨੇ ਕਿਉਂਕਿ ਜੇਕਰ ਅਸੀਂ ਕਿਸੇ ਹੋਰ ਕੋਈ ਵੀ ਵੈੱਬਸਾਈਟ ਲਗਾ ਲਓ ਜਾਂ ਅਸੀਂ ਔਨਲਾਈਨ ਪੜ੍ਹਦੇ ਹਾਂ ਤਾਂ ਸਾਨੂੰ ਉਹ ਜ਼ਿਆਦਾ ਦੇਰ ਤੱਕ ਯਾਦ ਨਹੀਂ ਰਹੇਗਾ। ਨਾ ਹੀ ਸਾਨੂੰ ਕਈ ਵਾਰ ਕੋਈ ਵੈੱਬਸਾਈਟ ਯਾਦ ਰਹਿੰਦੀ ਕਿ ਅਸੀਂ ਕਿੱਥੋਂ ਦੇਖ ਕੇ ਪੜ੍ਹੇ ਸੀ। ਬਟ ਸਾਨੂੰ ਜਿਹੜੀ ਬੁੱਕ ਦੇ ਵਿੱਚ ਜੋ ਵੀ ਮਟੀਰੀਅਲ ਦਿੱਤਾ ਹੋਇਆ ਉਹਦੇ ਤੋਂ ਅਸੀਂ ਵਧੀਆ ਤਰੀਕੇ ਨਾਲ ਅਧਿਆਪਕ ਵੀ ਸਿਖਾ ਸਕਦਾ ਹੈ ਅਤੇ ਬੱਚੇ ਖੁਦ ਵੀ ਸਿੱਖ ਸਕਦੇ ਨੇ। ਗਿਆਨ ਨੂੰ ਯਾਦਾਸ਼ਤ ਵਿੱਚ ਸਥਾਈ ਕਰਨ ਵਿੱਚ ਸਹਾਈ, ਹੁਣ ਮੀਨਜ਼ ਜੋ ਬੱਚੇ ਗਿਆਨ ਆਪਣਾ ਪ੍ਰਾਪਤ ਕਰ ਰਹੇ ਨੇ ਕਿਤਾਬਾਂ ਤੋਂ ਪੜ੍ਹ ਕੇ, ਉਹਨੂੰ ਇਹ ਕਿਤਾਬਾਂ ਪਰਮਾਨੈਂਟ ਵੀ ਕਰਦੀਆਂ ਨੇ। ਸਿੱਖੇ ਹੋਏ ਨੂੰ ਬੱਚੇ ਦੇ ਜੋ ਸਿੱਖਿਆ ਉਹਨੂੰ ਪਰਮਾਨੈਂਟ ਕਰਨ ਦੇ ਵਿੱਚ ਸਹਾਇਤਾ ਕਰਦੀਆਂ ਨੇ। ਵਿਦਿਆਰਥੀ ਅਤੇ ਅਧਿਆਪਕ ਦਾ ਮਾਰਗਦਰਸ਼ਨ ਕਰਨ ਵਿੱਚ ਸਹਾਈ, ਹੁਣ ਜਿਹੜੀਆਂ ਕਿਤਾਬਾਂ ਨੇ ਉਹ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਦਾ ਹੀ ਮਾਰਗਦਰਸ਼ਨ ਕਰਦੀਆਂ ਨੇ, ਦੋਵਾਂ ਦੇ ਲਈ ਹੀ ਮਹੱਤਵਪੂਰਨ ਨੇ। ਅਧਿਆਪਕ ਨੂੰ ਪੜ੍ਹਾਉਣ ਦੇ ਵਿੱਚ ਮਦਦ ਕਰਦੀਆਂ ਨੇ ਅਤੇ ਵਿਦਿਆਰਥੀ ਨੂੰ ਖੁਦ ਪੜ੍ਹਨ ਦੇ ਵਿੱਚ। ਨੈਕਸਟ ਹੈ ਮੌਲਿਕ ਚਿੰਤਨ ਨੂੰ ਵਿਕਸਿਤ ਕਰਨ ਲਈ ਪ੍ਰੇਰਕ। ਮੌਲਿਕ ਹੁੰਦਾ ਹੈ ਮੀਨਸ ਅਸਲੀ, ਓਰੀਜਨਲ। ਹੁਣ ਜਿਹੜੀਆਂ ਕਿਤਾਬਾਂ ਨੇ ਇਹ ਬੱਚਿਆਂ ਦੇ ਵਿੱਚ ਜਿਹੜੀ ਮੌਲਿਕ ਚਿੰਤਨ ਹੈ ਉਹਨੂੰ ਵੀ ਵਿਕਸਿਤ ਕਰਦੀਆਂ ਨੇ ਕਿਉਂਕਿ ਜੋ ਬੱਚੇ ਕਿਤਾਬਾਂ ਦੇ ਵਿੱਚ ਪੜ੍ਹਦੇ ਨੇ ਕਈ ਵਾਰ ਉਹਦੇ ਨਾਲ ਜੋ ਵੀ ਇੱਧਰ ਉੱਧਰ ਘਟਨਾਵਾਂ ਵਾਪਰੀਆਂ ਉਹ ਯਾਦ ਕਰਦੇ ਨੇ ਤਾਂ ਇਹਨਾਂ ਨਾਲ ਜਿਹੜੇ ਬੱਚੇ ਨੇ ਉਹਨਾਂ ਨੂੰ ਲੱਗਦਾ ਵੀ ਇਹ ਮੌਲਿਕ ਚਿੰਤਨ ਹੈ। ਮੀਨਜ਼ ਜੋ ਅਸੀਂ ਸੋਚ ਰਹੇ ਹਾਂ, ਜੋ ਅਸੀਂ ਦੇਖਿਆ, ਜੋ ਅਸੀਂ ਪੜ੍ਹਿਆ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇੱਕ ਜਿਹੜਾ ਕੰਬੀਨੇਸ਼ਨ ਉਹ ਬਣ ਰਿਹਾ ਹੈ। ਨੈਕਸਟ ਹੈ ਬੱਚਿਆਂ ਦੀਆਂ ਮਨੋਵਿਗਿਆਨਿਕ ਲੋੜਾਂ ਦੀ ਪੂਰਤੀ। ਹੁਣ ਜਿਹੜੀ ਕਿਤਾਬ ਹੈ ਉਹ ਇਸ ਪੱਖ ਤੋਂ ਵੀ ਮਹੱਤਵਪੂਰਨ ਹੁੰਦੀ ਹੈ ਕਿਉਂਕਿ ਇਹ ਬੱਚੇ ਦੀਆਂ ਮਨੋਵਿਗਿਆਨਿਕ ਲੋੜਾਂ ਦੀ ਪੂਰਤੀ ਵੀ ਕਰਦੀ ਹੈ। ਕਿਸ ਤਰੀਕੇ ਨਾਲ ਕਰਦੀ ਹੈ, ਹੁਣ ਬੱਚੇ ਕੋਲ ਬੁੱਕ ਹੈਗੀ ਹੈ ਤਾਂ ਉਹ ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਚੈਪਟਰ ਦਿਲ ਕਰਦਾ ਹੈ ਫ੍ਰੀ ਬੈਠ ਕੇ ਉਹ ਪੜ੍ਹ ਸਕਦਾ ਹੈ। ਮੀਨਜ਼ ਜਦੋਂ ਘਰ ਦੇ ਵਿੱਚ ਫ੍ਰੀ ਬੈਠਾ ਹੈ ਕੋਈ ਵੀ ਚੈਪਟਰ ਪੜ੍ਹ ਸਕਦਾ ਅਤੇ ਜੋ ਉਹਦਾ ਇੰਟਰਸਟ ਹੈ ਉਹਦੇ ਅਕੋਰਡਿੰਗ। ਨੈਕਸਟ ਹੈ ਬੱਚਿਆਂ ਨੂੰ ਮੌਖਿਕ ਸਿੱਖਿਆ ਦਾ ਅਭਿਆਸ ਕਰਾਉਣ ਲਈ। ਹੁਣ ਅਗਲਾ ਮਹੱਤਵ ਕਿ ਜਿਹੜੇ ਬੱਚੇ ਨੇ ਉਹਨਾਂ ਨੇ ਮੌਖਿਕ ਵੀ ਪੜ੍ਹਨਾ ਹੁੰਦਾ ਹੈ, ਮੀਨਜ਼ ਮੂੰਹ ਜ਼ਬਾਨੀ ਪੜ੍ਹਨਾ ਹੁੰਦਾ ਹੈ ਤਾਂ ਉਹਦੀ ਪ੍ਰੈਕਟਿਸ ਕਰਾਉਣ ਦੇ ਲਈ ਵੀ ਜਿਹੜੀਆਂ ਕਿਤਾਬਾਂ ਨੇ ਉਹ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਨੇ। ਇੱਕੋ ਸਮੇਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ। ਹੁਣ ਕਿਤਾਬਾਂ ਦਾ ਅਗਲਾ ਮਹੱਤਵ ਇਹ ਹੈ ਕਿ ਅਸੀਂ ਇੱਕੋ ਟਾਈਮ 'ਤੇ ਬਹੁਤ ਸਾਰੇ ਵਿਦਿਆਰਥੀਆਂ ਨੂੰ ਇਕੱਠੇ ਹੀ ਪੜ੍ਹਾ ਸਕਦੇ ਹਾਂ। ਹੁਣ ਜੇਕਰ ਕਿਤਾਬ ਨਹੀਂ ਹੋਏਗੀ ਤਾਂ ਇਕੱਲੇ ਬੱਚੇ ਨੂੰ ਦੱਸਣਾ ਪਏਗਾ, ਸਮਝਾਉਣਾ ਪਏਗਾ। ਬਟ ਜਦੋਂ ਸਾਰੇ ਬੱਚੇ ਕੋਲ ਬੁੱਕਸ ਹੋਣਗੀਆਂ ਤਾਂ ਬੱਚੇ ਉਹਦੇ ਅਕੋਰਡਿੰਗ ਆਪ ਵੀ ਈਜ਼ੀਲੀ ਪੜ੍ਹ ਸਕਦੇ ਨੇ ਅਤੇ ਅਧਿਆਪਕ ਵੀ ਸਹੀ ਤਰੀਕੇ ਨਾਲ ਪੜ੍ਹਾ ਸਕਦਾ ਹੈ। ਨੈਕਸਟ ਹੈ ਸਮੇਂ ਅਤੇ ਸ਼ਕਤੀ ਦੀ ਬੱਚਤ। ਹੁਣ ਜਿਹੜੀਆਂ ਕਿਤਾਬਾਂ ਨੇ ਇਹ ਵਿਦਿਆਰਥੀ ਅਤੇ ਅਧਿਆਪਕ ਦੋਵਾਂ ਦੀ ਸਮੇਂ ਅਤੇ ਸ਼ਕਤੀ ਦੀ ਬੱਚਤ ਕਰਦੀਆਂ ਨੇ। ਅਧਿਆਪਕ ਨੂੰ ਪੜ੍ਹਾਉਣਾ ਵੀ ਸੌਖਾ ਹੈ ਅਤੇ ਉਹਦੇ ਨਾਲ ਉਹਦਾ ਟਾਈਮ ਅਤੇ ਐਨਰਜੀ ਵੀ ਬਚਦੀ ਹੈ ਅਤੇ ਨਾਲ ਇਸ ਤਰੀਕੇ ਨਾਲ ਹੀ ਬੱਚੇ ਨੂੰ ਵੀ ਪੜ੍ਹਨ ਲੱਗੇ ਕੋਈ ਜਿਹੜੇ ਬਹੁਤ ਜ਼ਿਆਦਾ ਐਫਰਟਸ ਨੇ ਉਹ ਕਰਨ ਦੀ ਜ਼ਰੂਰਤ ਨਹੀਂ ਪੈਂਦੀ।
ਨੈਕਸਟ ਹੈ ਵਿਦਿਆਰਥੀਆਂ ਨੂੰ ਵਿਅਕਤੀਗਤ ਧਿਆਨ ਦੇ ਕੇ ਪੜ੍ਹਾਉਣ ਵਿੱਚ ਸਹਾਇਕ। ਹੁਣ ਜਿਹੜੇ ਕਿ ਅਧਿਆਪਕ ਹੈ ਤਾਂ ਹਰੇਕ ਬੱਚੇ ਵੱਲ ਮੀਨਸ ਇੰਡੀਵਿਜੂਅਲੀ ਅਟੈਂਸ਼ਨ ਵੀ ਦੇ ਸਕਦਾ ਹੈ, ਵਿਅਕਤੀਗਤ ਧਿਆਨ ਦੇ ਸਕਦਾ ਕਿ ਕਿਹੜਾ ਬੱਚਾ ਕੀ ਕਰ ਰਿਹਾ ਹੈ। ਜਦੋਂ ਬੱਚੇ ਆਪਣੀ ਆਪਣੀ ਕਿਤਾਬ ਪੜ੍ਹ ਰਹੇ ਨੇ ਤਾਂ ਅਧਿਆਪਕ ਦੇਖ ਸਕਦਾ ਕਿ ਕੀ ਬੱਚਾ ਪੜ੍ਹ ਰਿਹਾ ਸਹੀ ਤਰੀਕੇ ਨਾਲ ਜਾਂ ਨਹੀਂ ਪੜ੍ਹ ਰਿਹਾ। ਨੈਕਸਟ ਹੈ ਪ੍ਰਸ਼ਨ ਪੱਤਰ ਨਿਰਮਾਣ ਕਰਨ ਵਿੱਚ ਸਹਾਇਕ। ਹੁਣ ਜਿਹੜੀ ਕਿਤਾਬ ਹੈ ਉਹਦੀ ਹੈਲਪ ਦੇ ਨਾਲ ਜਿਹੜਾ ਅਧਿਆਪਕ ਹੈ ਉਹ ਜਦੋਂ ਵੀ ਪੇਪਰ ਹੋਣੇ ਆ ਤਾਂ ਸਹੀ ਤਰੀਕੇ ਨਾਲ ਜਿਹੜਾ ਪ੍ਰਸ਼ਨ ਪੱਤਰ ਹੈ, ਕੁਐਸਚਨ ਪੇਪਰ ਆ ਉਹ ਤਿਆਰ ਕਰ ਸਕਦਾ ਹੈ। ਪਾਠਕ੍ਰਮ ਬਾਰੇ ਦਿਸ਼ਾ ਨਿਰਦੇਸ਼ ਮਿਲਦੇ ਨੇ, ਮੀਨਸ ਜੋ ਪਾਠਕ੍ਰਮ ਬੱਚਿਆਂ ਨੂੰ ਲੱਗਿਆ ਹੋਇਆ ਹੈ, ਅਸੀਂ 6ਵੀਂ 7ਵੀਂ 8ਵੀਂ ਕਿਸੇ ਵੀ ਕਲਾਸ ਦੀ ਗੱਲ ਕਰ ਲਈਏ ਤਾਂ ਜਿਹੜੀ ਨਿਰਧਾਰਿਤ ਬੁੱਕ ਉਹਨਾਂ ਨੂੰ ਲੱਗੀ ਹੋਈ ਹੈ ਉਹਦੇ ਤੋਂ ਸਾਨੂੰ ਉਸ ਪਾਠਕ੍ਰਮ ਬਾਰੇ ਦਿਸ਼ਾ ਨਿਰਦੇਸ਼ ਮਿਲਦੇ ਨੇ ਕਿ ਅਧਿਆਪਕ ਨੇ ਸਿਰਫ ਇੰਨਾ ਹੀ ਕੰਮ ਕਰਾਉਣਾ ਹੈ ਵਿਦਿਆਰਥੀਆਂ ਨੂੰ। ਇਸ ਯੂਨਿਟ ਦੇ ਵਿੱਚ ਇੰਨੇ ਚੈਪਟਰ ਨੇ, ਇਹ ਛਿਮਾਹੀ ਪੇਪਰ ਹੋਣਗੇ ਅਤੇ ਇਹ ਐਨੂਅਲ ਪੇਪਰ ਹੋਣੇ ਆ। ਨੈਕਸਟ ਜਿਹੜਾ ਬੈਨੀਫਿਟ ਆ ਉਹ ਹੈ ਵੀ ਅਧਿਆਪਨ ਵਿਧੀਆਂ ਦਾ ਆਧਾਰ ਵੀ ਬਣਦੀ ਹੈ ਇੱਕ ਜਿਹੜੀ ਪਾਠ ਪੁਸਤਕ ਹੈ, ਕਿਉਂਕਿ ਪਾਠ ਪੁਸਤਕ ਦੇ ਵਿੱਚ ਦਿੱਤੇ ਹੋਏ ਚੈਪਟਰਸ ਦੇ ਆਧਾਰ 'ਤੇ ਹੀ ਜਿਹੜਾ ਅਧਿਆਪਕ ਹੈ ਉਹਨੇ ਦੇਖਣਾ ਹੁੰਦਾ ਕਿ ਮੈਂ ਕਿਹੜੀ ਵਿਧੀ ਦੀ ਵਰਤੋਂ ਕਰਨੀ ਹੈ। ਇਸ ਕਰਕੇ ਅਧਿਆਪਕ ਦੇ ਲਈ ਇਹ ਬਹੁਤ ਹੀ ਲਾਭਦਾਇਕ ਹੋ ਜਾਂਦੀ ਹੈ ਕਿ ਉਹਨੇ ਕਿਹੜੀ ਵਿਧੀ ਦੀ ਚੋਣ ਕਰਨੀ ਹੈ ਤਾਂ ਉਹਨੂੰ ਸਹੀ ਤਰੀਕੇ ਨਾਲ ਕਰ ਸਕਦਾ ਹੈ। ਮਾਪਿਆਂ ਦੀ ਸਹਾਇਤਾ, ਹੁਣ ਪੇਰੈਂਟਸ ਨੂੰ ਵੀ ਸਹਾਇਤਾ ਮਿਲਦੀ ਹੈ ਕਿਉਂਕਿ ਬੱਚਾ ਸਕੂਲ ਦੇ ਵਿੱਚ ਕੀ ਕਰਕੇ ਆਇਆ, ਉਹਦੀ ਰੀਡਿੰਗ ਸਕਿੱਲ ਕਿਹੋ ਜਿਹੀ ਹੈ, ਕਿੰਨਾ ਕੁ ਪੜ੍ਹ ਰਿਹਾ ਹੈ, ਤਾਂ ਪੇਰੈਂਟਸ ਬੱਚੇ ਤੋਂ ਖੁਦ ਜਿਹੜੀ ਘਰ ਹੈ ਉਹ ਪ੍ਰੈਕਟਿਸ ਵੀ ਕਰਵਾ ਸਕਦੇ ਨੇ ਅਤੇ ਨਾਲ ਦੇਖ ਵੀ ਸਕਦੇ ਨੇ ਕਿ ਸਾਡਾ ਬੱਚਾ ਪੜ੍ਹਨ ਦੇ ਵਿੱਚ ਕਿਹੋ ਜਿਹਾ, ਇਹਦੀ ਰੀਡਿੰਗ ਸਕਿੱਲ ਮੀਨ ਜਿਹਦੀ ਪੜ੍ਹਨ ਦੀ ਯੋਗਤਾ ਕਿੰਨੀ ਕੁ ਵਧੀਆ ਹੈ। ਪ੍ਰਭਾਵਸ਼ਾਲੀ ਸੰਚਾਰ ਵਿੱਚ ਸਹਾਇਕ। ਹੁਣ ਜਿਹੜੀਆਂ ਪਾਠ ਪੁਸਤਕਾਂ ਨੇ ਉਹ ਬੱਚੇ ਨੂੰ ਪ੍ਰਭਾਵਸ਼ਾਲੀ ਸੰਚਾਰ ਕਰਨਾ ਵੀ ਸਿਖਾਉਂਦੀਆਂ ਨੇ, ਕਿਉਂਕਿ ਬੱਚੇ ਨਵੇਂ ਸ਼ਬਦ ਸਿੱਖਦੇ ਆ ਅਤੇ ਉਹਦੇ ਵਿੱਚ ਕੁਛ ਕਹਾਣੀਆਂ ਕਵਿਤਾਵਾਂ ਇਸ ਤਰ੍ਹਾਂ ਦੀ ਵੀ ਹੁੰਦੀਆਂ ਜਿਹੜੇ ਕਿ ਬੱਚੇ ਨੂੰ ਹੋਰ ਮੋਟੀਵੇਟ ਕਰਦੀਆਂ ਨੇ ਅਤੇ ਉਹ ਗੱਲਬਾਤ ਕਰਨਾ ਵੀ ਸਿਖਾਉਂਦੀਆਂ ਨੇ ਕਿ ਤੁਸੀਂ ਵਧੀਆ ਇਫੈਕਟਿਵਲੀ ਇੱਕ ਦੂਸਰੇ ਨਾਲ ਜਿਹੜੀ ਗੱਲਬਾਤ ਹੈ ਉਹ ਕਿਵੇਂ ਕਰ ਸਕਦੇ ਹੋ। ਨੈਕਸਟ ਹੈ ਗਤੀਵਿਧੀਆਂ ਲਈ ਸੁਝਾਅ। ਹੁਣ ਪਾਠ ਪੁਸਤਕ ਦੇ ਵਿੱਚ ਕੁਝ ਗਤੀਵਿਧੀਆਂ ਵੀ ਦਿੱਤੀਆਂ ਹੁੰਦੀਆਂ ਨੇ ਬੱਚਿਆਂ ਨੂੰ ਕਰਨ ਦੇ ਲਈ, ਐਕਟੀਵਿਟੀਜ਼ ਵੀ ਹੁੰਦੀਆਂ ਨੇ, ਤਾਂ ਉਹ ਟੀਚਰ ਦੇ ਲਈ ਵੀ ਬੈਨੀਫਿਟ ਹੈ ਅਤੇ ਬੱਚਿਆਂ ਦੇ ਲਈ ਵੀ, ਕਿਉਂਕਿ ਉਹ 'ਚ ਲਿਖਿਆ ਹੁੰਦਾ ਕਿ ਤੁਸੀਂ ਇਸ ਗਤੀਵਿਧੀ ਨੂੰ ਕਿਸ ਤਰੀਕੇ ਨਾਲ ਪੂਰਾ ਕਰਾਉਣਾ ਹੈ, ਇਹ ਐਕਟੀਵਿਟੀ ਕਿਵੇਂ ਕਰਾਉਣੀ ਹੈ, ਕਿਵੇਂ ਬੱਚਿਆਂ ਦੀ ਇਨਵੋਲਵਮੈਂਟ ਲੈਣੀ ਹੈ, ਤਾਂ ਅਧਿਆਪਕ ਪਾਠ ਪੁਸਤਕ ਦੀ ਹੈਲਪ ਦੇ ਨਾਲ ਗਤੀਵਿਧੀਆਂ ਵੀ ਚੂਜ਼ ਕਰ ਸਕਦਾ ਹੈ। ਪਾਠਕ੍ਰਮ ਪੂਰਾ ਕਰਨ ਵਿੱਚ ਸਹਾਇਤਾ। ਹੁਣ ਜਿਹੜੀ ਕਿਤਾਬ ਹੈ ਉਹਦੇ ਨਾਲ ਅਧਿਆਪਕ ਨੂੰ ਸਕੂਲ ਨਾਲ ਸੰਬੰਧਿਤ ਹਰੇਕ ਕਲਾਸ ਦਾ ਜਿਹੜਾ ਵੀ ਸਿਲੇਬਸ ਹੈ ਉਹ ਪੂਰਾ ਕਰਨ ਦੇ ਵਿੱਚ ਵੀ ਸਹਾਇਤਾ ਮਿਲਦੀ ਹੈ ਅਧਿਆਪਕ ਨੂੰ, ਕਿਉਂਕਿ ਅਧਿਆਪਕ ਨੂੰ ਪਤਾ ਹੁੰਦਾ ਕਿ ਕਿਹੜੀ ਕਲਾਸ ਦਾ ਜਿਹੜਾ ਕਿੰਨਾ ਪਾਠਕ੍ਰਮ ਹੈ ਉਹਨੂੰ ਕਿੰਨੇ ਟਾਈਮ ਦੇ ਵਿੱਚ ਕੰਪਲੀਟ ਕਰਨਾ ਹੈ ਅਤੇ ਉਹਦੇ ਅਕੋਰਡਿੰਗ ਉਹ ਕਿਤਾਬ ਦੀ ਹੈਲਪ ਦੇ ਨਾਲ ਪੂਰਾ ਕਰ ਸਕਦਾ ਹੈ। ਨੈਕਸਟ ਹੈ ਕਮਜ਼ੋਰ ਵਿਦਿਆਰਥੀਆਂ ਦੀ ਸਹਾਇਤਾ। ਹੁਣ ਜਿਹੜੀਆਂ ਕਿਤਾਬਾਂ ਨੇ ਉਹ ਜਿਹੜੇ ਵਿਦਿਆਰਥੀ ਪੜ੍ਹਨ ਦੇ ਵਿੱਚ ਕਮਜ਼ੋਰ ਹੁੰਦੇ ਨੇ ਉਹਨਾਂ ਦੀ ਸਹਾਇਤਾ ਵੀ ਕਰਦੀਆਂ ਨੇ। ਕਿਸ ਤਰੀਕੇ ਨਾਲ ਕਰਦੀਆਂ ਨੇ, ਕਿਉਂਕਿ ਕਲਾਸ ਦੇ ਵਿੱਚ ਉਹਨਾਂ ਨੂੰ ਜਿੰਨਾ ਕੁ ਸਮਝ ਆਉਂਦਾ ਉਨਾ ਕੁ ਬੈਟਰ ਹੁੰਦਾ ਉਹਨਾਂ ਦੇ ਲਈ, ਬਟ ਉਹ ਘਰ ਆ ਕੇ ਜਾਂ ਕਿਸੇ ਹੋਰ ਬੱਚੇ ਦੀ ਹੈਲਪ ਲੈ ਕੇ, ਘਰੋਂ ਪੇਰੈਂਟਸ ਦੀ ਹੈਲਪ ਲੈ ਕੇ ਜਾਂ ਟਿਊਸ਼ਨ 'ਤੇ ਜਾਂਦੇ ਨੇ ਤਾਂ ਉਹ ਬੱਚੇ ਕਿਤਾਬ ਦੀ ਹੈਲਪ ਦੇ ਨਾਲ ਜਿਹੜਾ ਬਹੁਤ ਕੁਛ ਅੱਗੋਂ ਸਿੱਖ ਸਕਦੇ ਨੇ। ਨਿਰਪੱਖ ਅਤੇ ਨਿਆਂਪੂਰਨ ਮੁਲਾਂਕਣ ਦੇ ਲਈ। ਹੁਣ ਪਾਠ ਪੁਸਤਕ ਦਾ ਅਗਲਾ ਮਹੱਤਵ ਇਹ ਵੀ ਹੈ ਕਿਉਂਕਿ ਇਹਦੇ ਨਾਲ ਜਿਹੜਾ ਅਧਿਆਪਕ ਹੈ ਜਦੋਂ ਉਹਨੇ ਬੱਚਿਆਂ ਨੂੰ ਇਵੈਲੂਏਟ ਕਰਨਾ ਹੈ, ਬੱਚਿਆਂ ਦਾ ਮੁਲਾਂਕਣ ਕਰਨਾ ਹੈ, ਤਾਂ ਉਹ ਨਿਰਪੱਖ ਕਰ ਸਕਦਾ ਹੈ, ਮੀਨਜ਼ ਕੋਈ ਪਾਰਸ਼ੈਲਿਟੀ ਨਹੀਂ ਕਰੇਗਾ। ਜਿਵੇਂ ਕਿ ਅਸੀਂ ਬੱਚਿਆਂ ਦੀ ਦੇਖਣੀ ਹੈ ਕਿ ਉਹਨਾਂ ਦੀ ਪੜ੍ਹਨ ਦੀ ਯੋਗਤਾ ਕਿਹੋ ਜਿਹੀ ਹੈ, ਰੀਡਿੰਗ ਸਕਿੱਲ ਬੱਚੇ ਦੀ ਅਸੀਂ ਓਬਜ਼ਰਵ ਕਰਨੀ ਹੈ, ਤਾਂ ਅਧਿਆਪਕ ਹਰੇਕ ਬੱਚੇ ਦੀ ਬੁੱਕ ਤੋਂ ਬੱਚਾ ਆਪਣਾ ਪੜ੍ਹੇਗਾ ਅਤੇ ਨਿਰਪੱਖ ਜਿਹੜਾ ਮੁਲਾਂਕਣ ਕਰੇਗਾ। ਨਿਆਂਪੂਰਨ ਮੀਨਜ਼ ਸਾਰਿਆਂ ਨੂੰ ਜਸਟਿਸ ਵੀ ਮਿਲੇਗਾ, ਨਿਆਂ ਵੀ ਮਿਲੇਗਾ। ਨੈਕਸਟ ਹੈ ਸਿੱਖਿਆ ਦਾ ਸਸਤਾ ਅਤੇ ਵਧੀਆ ਸਾਧਨ। ਹੁਣ ਕਿਤਾਬ ਨਾਲੋਂ ਸਸਤਾ ਕੁਛ ਵੀ ਨਹੀਂ ਹੈ ਅਤੇ ਵਧੀਆ ਵੀ ਹੈ, ਇਹ 'ਚ ਜਿਹੜੀ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਉਹ ਸਭ ਤੋਂ ਬੈਸਟ ਹੁੰਦੀ ਹੈ ਕਿਉਂਕਿ ਇਹਨੂੰ ਐਕਸਪਰਟਸ ਦੇ ਦੁਆਰਾ ਤਿਆਰ ਕੀਤਾ ਜਾਂਦਾ ਹੈ। ਨੈਕਸਟ ਹੈ ਮਨੋਰੰਜਨ ਦਾ ਸਾਧਨ। ਹੁਣ ਜਿਹੜੀਆਂ ਕਿਤਾਬਾਂ ਨੇ ਉਹ ਜਿੱਥੇ ਸਾਨੂੰ ਇੰਨੀ ਜਾਣਕਾਰੀ ਪ੍ਰਦਾਨ ਕਰਦੀਆਂ ਨੇ ਉਹਦੇ ਨਾਲ ਇਹ ਮਨੋਰੰਜਨ ਵੀ ਕਰਦੀਆਂ ਨੇ, ਕਿਉਂਕਿ ਇਹਦੇ ਵਿੱਚ ਕਹਾਣੀਆਂ, ਕਵਿਤਾਵਾਂ ਅਤੇ ਜੀਵਨੀਆਂ ਵਗੈਰਾ, ਲੇਖ, ਕਿੰਨਾ ਕੁਛ ਸ਼ਾਮਿਲ ਹੁੰਦਾ, ਇਕਾਂਗੀ ਵਗੈਰਾ, ਇਹ ਸਾਰੇ ਬੱਚਿਆਂ ਦਾ ਜਿਹੜਾ ਮਨੋਰੰਜਨ ਨੇ ਉਹ ਵੀ ਕਰਦੀਆਂ ਨੇ। ਪੜ੍ਹਾਈ ਨੂੰ ਯੋਜਨਾਬੱਧ ਕਰਨ ਦੇ ਲਈ। ਹੁਣ ਜੇਕਰ ਅਸੀਂ ਸਟੱਡੀ ਨੂੰ ਸਿਸਟਮੈਟਿਕਲੀ ਕਰਨਾ ਚਾਹੁੰਦੇ ਹਾਂ ਕਿ ਪੜ੍ਹਾਈ ਯੋਜਨਾਬੱਧ ਰਹੇ, ਮੀਨਜ਼ ਸੀਕੁਐਂਸ ਦੇ ਵਿੱਚ ਚੱਲੇ, ਪਲੈਨਡ ਵੇ ਨਾਲ ਚੱਲੇ, ਤਾਂ ਵੀ ਜਿਹੜੀਆਂ ਕਿਤਾਬਾਂ ਨੇ ਇਹਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ। ਨੈਕਸਟ ਹੈ ਅਧਿਆਪਕ ਦੀ ਵਿਸ਼ੇ ਉੱਤੇ ਪਕੜ ਮਜ਼ਬੂਤ ਕਰਨ ਦੇ ਲਈ। ਹੁਣ ਜਿਹੜਾ ਵੀ ਵਿਸ਼ਾ ਜਿਹੜਾ ਅਧਿਆਪਕ ਪੜ੍ਹਾ ਰਿਹਾ, ਪੰਜਾਬੀ, ਹਿੰਦੀ, SST, ਸਾਇੰਸ, ਮੈਥਸ, ਇਕਨੋਮਿਕਸ, ਤਾਂ ਇਹਦੇ ਵਿੱਚ ਕੀ ਹੈ ਵੀ ਅਧਿਆਪਕ ਨੂੰ ਉਸ ਵਿਸ਼ੇ ਦੇ ਉੱਪਰ, ਸਬਜੈਕਟ ਦੇ ਉੱਪਰ ਜਿਹੜੀ ਪਕੜ ਆ ਉਹ ਮਜ਼ਬੂਤ ਹੋ ਜਾਏਗੀ। ਪਕੜ ਮਜ਼ਬੂਤ ਹੋਣ ਦਾ ਮਤਲਬ ਕਿਉਂਕਿ ਅਧਿਆਪਕ ਨੂੰ ਇੱਕ ਟਰੈਕ ਮਿਲ ਜਾਂਦਾ ਅਤੇ ਪਤਾ ਲੱਗ ਜਾਂਦਾ ਕਿ ਇਹਦੇ ਸਬਜੈਕਟ ਦੇ ਵਿੱਚ ਕਿਸ ਤਰ੍ਹਾਂ ਜਿਹੜੀ ਨੌਲੇਜ ਹੈ ਉਹ ਦਿੱਤੀ ਗਈ ਹੈ ਅਤੇ ਅਧਿਆਪਕ ਆਪਣੇ ਆਪ ਨੂੰ ਉਹਦੇ ਵਿੱਚ ਐਕਸਪਰਟ ਕਰ ਸਕਦਾ ਹੈ।
ਨੈਕਸਟ ਵਿੱਚ ਇਹ ਪੁਆਇੰਟ ਪਹਿਲਾਂ ਹੀ ਰਿਪੀਟ ਹੋ ਗਿਆ। ਨੈਕਸਟ ਹੈ ਚਰਚਾ ਦਾ ਆਧਾਰ। ਹੁਣ ਜੇਕਰ ਵਿੱਚੋਂ ਕੋਈ ਵੀ ਟੌਪਿਕ ਲੈ ਕੇ, ਕੋਈ ਵੀ ਭਾਵੇਂ ਕਹਾਣੀ ਹੈ, ਕਵਿਤਾ, ਉਹਨੂੰ ਲੈ ਕੇ ਡਿਸਕਸ਼ਨ ਕਰਨੀ ਹੈ ਕਲਾਸ ਦੇ ਵਿੱਚ, ਚਰਚਾ ਕਰਨੀ ਹੈ, ਤਾਂ ਇਹ ਚਰਚਾ ਕਰਨ ਦਾ ਵੀ ਆਧਾਰ ਹੈ। ਕਿਉਂਕਿ ਬੱਚੇ ਕਿਤਾਬ ਤੋਂ ਹੀ ਸਿੱਖਣਗੇ, ਜਿਹੜਾ ਮਟੀਰੀਅਲ ਉਹਦੇ 'ਚ ਦਿੱਤਾ ਹੋਏਗਾ ਉਹਦੇ ਅਕੋਰਡਿੰਗ ਉਹਦੇ 'ਤੇ ਹੀ ਜਿਹੜੀ ਚਰਚਾ ਉਹ ਕਰਨਗੇ। ਸਿੱਖਿਆ ਦੀ ਜਟਿਲਤਾ। ਹੁਣ ਜੇਕਰ ਅਸੀਂ ਮਾਡਰਨ ਟਾਈਮ ਦੀ ਗੱਲ ਕਰੀਏ ਤਾਂ ਜਿਹੜੀ ਐਜੂਕੇਸ਼ਨ ਹੈ, ਸਿੱਖਿਆ ਹੈ, ਉਹ ਬਹੁਤ ਹੀ ਜਟਿਲ ਹੁੰਦੀ ਜਾ ਰਹੀ ਹੈ। ਮੀਨਜ਼ ਡੇ ਬਾਈ ਡੇ ਕੰਪਲੀਕੇਟਡ ਹੁੰਦੀ ਜਾ ਰਹੀ ਹੈ। ਮਤਲਬ ਕਿ ਇਹਦੇ ਵਿੱਚ ਇੰਨੀਆਂ ਜ਼ਿਆਦਾ ਜਿਹੜੀਆਂ ਖੋਜਾਂ ਨੇ ਜਾਂ ਕੋਈ ਨਵੇਂ ਟੌਪਿਕ ਸਾਹਮਣੇ ਆ ਰਹੇ ਨੇ, ਜਿਹਦੇ ਕਰਕੇ ਸਾਰੀ ਅਸੀਂ ਇਕੱਲੇ ਟੌਪਿਕ ਬਾਰੇ ਜਿਹੜੀ ਜਾਣਕਾਰੀ ਉਹ ਇਕੱਲੇ ਸਿੰਗਲ ਰੂਪ ਦੇ ਵਿੱਚ ਨਹੀਂ ਦੇ ਸਕਦੇ। ਬਟ ਅਸੀਂ ਸਿੱਖਿਆ ਜਿਹੜੀ ਜਟਿਲਤਾ ਉਹਨੂੰ ਕਿਤਾਬ ਦੀ ਮਦਦ ਦੇ ਨਾਲ ਜ਼ਰੂਰ ਘਟਾ ਸਕਦੇ ਹਾਂ। ਕਿਉਂਕਿ ਇੱਕ ਬੁੱਕ ਦੇ ਵਿੱਚ ਘੱਟੋ ਘੱਟ ਭਾਵੇਂ ਕਿਸੇ ਵੀ ਕਲਾਸ ਦੀ ਬੁੱਕ ਲੈ ਲਓ ਤੁਸੀਂ, 15 ਤੋਂ ਲੈ ਕੇ 18 19 ਤੱਕ ਚੈਪਟਰ ਹੁੰਦੇ ਨੇ, ਤਾਂ ਅਸੀਂ ਇੰਨੇ ਜਿਹੜੇ ਟੌਪਿਕ ਨੇ ਉਹਨਾਂ ਦੀ ਬੱਚਿਆਂ ਨੂੰ ਐਜੂਕੇਸ਼ਨ ਦੇ ਦਿੰਦੇ ਹਾਂ ਇੱਕੋ ਸਾਲ ਦੇ ਵਿੱਚ। ਨੈਕਸਟ ਹੈ ਪ੍ਰੇਰਨਾ ਦੇਣ ਦੇ ਲਈ। ਜਿਹੜੀ ਕਿਤਾਬਾਂ ਨੇ ਉਹ ਬੱਚਿਆਂ ਨੂੰ ਪ੍ਰੇਰਨਾ ਦੇਣ ਦੇ ਲਈ ਵੀ ਆਪਣਾ ਮਹੱਤਵਪੂਰਨ ਰੋਲ ਪਲੇ ਕਰਦੀਆਂ ਨੇ, ਕਿਉਂਕਿ ਇਹਦੇ ਨਾਲ ਬੱਚੇ ਨੂੰ ਪੜ੍ਹਨ ਦੇ ਲਈ ਮੋਟੀਵੇਸ਼ਨ ਮਿਲਦੀ ਹੈ। ਨੈਕਸਟ ਹੈ ਅਧਿਆਪਨ ਵਿਧੀਆਂ ਦੀ ਚੋਣ ਲਈ ਮਹੱਤਵਪੂਰਨ। ਇਹ ਵੀ ਬੱਚੇ ਰਿਪੀਟ ਹੋ ਰਿਹਾ ਪੁਆਇੰਟ। ਹੁਣ ਅਧਿਆਪਨ ਵਿਧੀਆਂ ਨਾਲ ਅਧਿਆਪਨ ਦੀਆਂ ਕੁਝ ਟੈਕਨੀਕਸ ਵੀ ਹੋ ਸਕਦੀਆਂ ਨੇ, ਕੁਝ ਜੁਗਤਾਂ ਵੀ ਹੋ ਸਕਦੀਆਂ ਨੇ। ਇੱਥੇ ਤੁਸੀਂ ਜੁਗਤਾਂ ਯੂਜ਼ ਕਰ ਸਕਦੇ ਹੋ, ਜਿਵੇਂ ਕਿ ਕਿੱਥੇ ਅਧਿਆਪਨ ਨੇ ਇਲਸਟ੍ਰੇਸ਼ਨ ਟੈਕਨੀਕ ਯੂਜ਼ ਕਰਨੀ ਹੈ, ਕਿੱਥੇ ਅਸਾਈਨਮੈਂਟ ਟੈਕਨੀਕ ਯੂਜ਼ ਕਰਨੀ ਹੈ। ਸੇਮ। ਨੈਕਸਟ ਹੈ ਬੌਧਿਕ ਅਭਿਆਸ ਲਈ ਜ਼ਰੂਰੀ। ਜਿਹੜੀਆਂ ਪਾਠ ਪੁਸਤਕਾਂ ਨੇ ਉਹ ਬੱਚਿਆਂ ਦੇ ਬੌਧਿਕ ਅਭਿਆਸ ਦੇ ਲਈ ਵੀ ਜ਼ਰੂਰੀ ਨੇ। ਬੌਧਿਕ ਮੀਨਸ ਇੰਟੈਲੈਕਚੁਅਲ, ਕਿਉਂਕਿ ਬੱਚੇ ਦਾ ਅਸੀਂ ਚਾਹੁੰਦੇ ਕਿ ਬੌਧਿਕ ਵਿਕਾਸ ਹੋਵੇ, ਤਾਂ ਬੌਧਿਕ ਵਿਕਾਸ ਦੇ ਲਈ ਕੀ ਕਰਨਾ ਹੈ? ਅਭਿਆਸ ਜ਼ਰੂਰੀ ਹੈ। ਅਭਿਆਸ ਬੱਚਾ ਕਿੱਥੋਂ ਕਰੇਗਾ? ਆਪਣੀ ਪਾਠ ਪੁਸਤਕ ਤੋਂ, ਜੋ ਵੀ ਉਹਨੂੰ ਦਿੱਤਾ ਜਾਏਗਾ। ਡੀਅਰ ਸਟੂਡੈਂਟਸ, ਇਹ ਸੀ ਤੁਹਾਡਾ ਪਾਠ ਪੁਸਤਕ ਦਾ ਅਰਥ, ਪਰਿਭਾਸ਼ਾ ਅਤੇ ਇਹਦਾ ਨੀਡ ਅਤੇ ਇੰਪੋਰਟੈਂਸ, ਮੀਨਜ਼ ਇਹਦੀ ਲੋੜ ਅਤੇ ਮਹੱਤਵ ਕੀ ਹੈ। ਥੈਂਕਸ ਫॉर ਵਾਚਿੰਗ।